ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਸੋਹਣੀ ਧੁੱਪ ਨਿਕਲੀ ਹੈ, ਯਾਨੀ ਕਿ ਠਾਰੀ ਹੈ ਜਿਹੜੀ ਦਿਨ ਦੇ ਵੇਲੇ ਹੈ ਨਹੀਂ ਸੀ। ਰਾਤ ਦੇ ਵੇਲੇ ਖੂਬ ਧੁੰਦ ਪਈ ਹੈ, ਰਾਤ ਦੇ ਵੇਲੇ ਕੋਰਾ ਵੀ ਪਿਆ, ਪਰ ਦਿਨ ਦੇ ਵੇਲੇ ਸੋਹਣੀ ਧੁੱਪ ਨਿਕਲਣ ਦੇ ਕਰਕੇ ਤੇ ਲੋਕ ਆਪੋ ਆਪਣੇ ਕੰਮਾਂ ਦੇ ਵੱਲ ਖੁਸ਼ੀ ਗਏ ਆ। ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਸਿੰਘੂ ਤੇ ਟਿੱਕਰੀ ਬਾਰਡਰ ਦੇ ਉੱਤੇ ਵੀ ਸੋਹਣੀ ਧੁੱਪ ਨਿਕਲੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਇਹ ਹੈ ਕਿ ਆਉਂਦੇ 72 ਘੰਟਿਆਂ ਦੇ ਵਿੱਚ ਪੰਜਾਬ, ਦਿੱਲੀ ਤੇ ਹਰਿਆਣੇ ਦਾ ਮੌਸਮ ਸਾਫ਼ ਰਹਿਣਾ। ਦਿਨ ਦੇ ਵੇਲੇ ਮੱਠੀ ਧੁੱਪ ਨਿਕਲਣੀ ਆ, ਰਾਤ ਨੂੰ ਠਾਰੀ ਹੋਰ ਵਧਣੀ ਆ। ਸੋ ਜਿਹੜੀ ਇਹ ਭਵਿੱਖਬਾਣੀ ਕੀਤੀ ਗਈ ਹੈ ਕਿੰਨੀ ਕੁ ਸਹੀ ਸਾਬਤ ਹੁੰਦੀ ਹੈ ਵਕਤ ਦੱਸੂਗਾ। ਪਰ ਜਿਹੜੀ ਸਭ ਤੋਂ ਵੱਡੀ ਮਹੱਤਵਪੂਰਨ ਤੇ ਜਿਹਦੇ ਵੱਲ ਸਭ ਦਾ ਧਿਆਨ ਟਿਕਿਆ ਹੋਇਆ ਸੀ ਦੇਸ਼ ਦੁਨੀਆ ਦੇ ਵਿੱਚ ਵਸਦੇ ਹਰ ਵਿਅਕਤੀ ਦਾ, ਇਸ ਕਰਕੇ ਕਿਉਂਕਿ ਉਹ ਲੋਕ ਕਿਸਾਨੀ ਦੇ ਨਾਲ ਸਿੱਧੇ ਤੇ ਅਸਿੱਧੇ ਤੌਰ ਦੇ ਉੱਤੇ ਜੁੜੇ ਹੋਏ ਆ। ਉਹ ਖਬਰ ਹੈਗੀ ਆ ਕਿ ਕੇਂਦਰ ਦੇ ਮੰਤਰੀਆਂ ਦੇ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਕਿਹੋ ਜਿਹੀ ਰਹੀ ਹੈ। ਜਿਵੇਂ ਕਿ ਸਾਨੂੰ ਪਹਿਲਾਂ ਆਸ ਸੀ, ਇਹ ਮੀਟਿੰਗ ਉਵੇਂ ਹੀ ਰਹੀ ਹੈ। ਨਾ ਪਹਿਲੀਆਂ ਮੀਟਿੰਗਾਂ ਦੇ ਵਿੱਚ ਸੱਤਾਂ ਦੇ ਵਿੱਚ ਉਹਨਾਂ ਨੇ ਕਿਸਾਨਾਂ ਦੀ ਗੱਲ ਮੰਨੀ ਤੇ ਨਾ ਹੀ ਉਹਨਾਂ ਨੇ ਇਸ ਮੀਟਿੰਗ ਦੇ ਵਿੱਚ ਗੱਲ ਮੰਨੀ ਹੈ। ਪਹਿਲਾਂ ਵੀ ਉਹ ਕਹਿੰਦੇ ਸੀ ਕਿ ਖੇਤੀ ਕਾਨੂੰਨ ਦੇ ਵਿੱਚ ਸੋਧ ਕਰਵਾ ਲਓ। ਲੰਘੇ ਕੱਲ੍ਹ ਵਾਲੀ ਮੀਟਿੰਗ ਦੇ ਵਿੱਚ ਵੀ ਉਹ ਗੱਲ ਕਹੀ ਗਈ ਖੇਤੀ ਕਾਨੂੰਨ 'ਚ ਸੋਧ ਕਰਵਾ ਲਓ। ਇਸ ਕਰਕੇ ਕਿਸਾਨ ਉੱਠ ਖੜੇ ਹੋਏ ਤੇ ਬਾਅਦ ਦੇ ਵਿੱਚ ਮੀਟਿੰਗ ਖਤਮ ਹੋ ਗਈ। ਲਗਭਗ 3 ਸਵਾ 3 ਘੰਟੇ ਇਹ ਮੀਟਿੰਗ ਚੱਲੀ ਆ, ਬਹੁਤਾ ਸਮਾਂ ਨਹੀਂ ਚੱਲੀ। ਇਹ ਪਹਿਲੀ ਐਸੀ ਮੀਟਿੰਗ ਸੀ ਜਿਹੜੀ ਕਿ ਘੱਟ ਸਮਾਂ ਚੱਲੀ ਹੈ, ਕਿਉਂਕਿ ਉਹੀ ਗੱਲਾਂ ਦੁਹਰਾਉਣ ਦਾ ਕਿਸਾਨ ਆਗੂ ਕਹਿੰਦੇ ਫਾਇਦਾ ਕੋਈ ਨਹੀਂ। ਜਦੋਂ ਉਹਨਾਂ ਨੇ ਇੱਕੋ ਗੱਲ ਹੀ ਕਹੀ ਜਾਣੀ ਹੈ ਖੇਤੀ ਕਾਨੂੰਨ ਤਾਂ ਰੱਦ ਨਹੀਂ ਹੋ ਸਕਦੇ, ਤੁਸੀਂ ਸਾਨੂੰ ਕੋਈ ਅਲਟਰਨੇਟ ਦੱਸ ਦਿਓ। ਤੇ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਆ ਕੋਈ ਅਲਟਰਨੇਟ ਨਹੀਂ, ਕੋਈ ਬਦਲ ਨਹੀਂ, ਕੋਈ ਇਹੋ ਜਿਹੀ ਵਿਵਸਥਾ ਨਹੀਂ, ਕੋਈ ਅਸੀਂ ਰੁਕਣ ਵਾਲੇ ਨਹੀਂ, ਕੋਈ ਅਸੀਂ ਮੰਨਣ ਵਾਲੇ ਜਾਂ ਝੁਕਣ ਵਾਲੇ ਨਹੀਂ। ਸਾਡੀ ਇਕਲੌਤੀ ਮੰਗ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਕਰੋ। ਤੇ ਦੋ ਟੁੱਕ ਜਵਾਬ ਦੇ ਦਿੱਤਾ ਆਉਣ ਸਾਰੀ ਨਰਿੰਦਰ ਸਿੰਘ ਤੋਮਰ ਨੇ ਕੱਲ੍ਹ ਮੀਟਿੰਗ ਦੇ ਵਿੱਚ ਕਿ ਇਹ ਕਾਨੂੰਨ ਰੱਦ ਨਹੀਂ ਹੋਣਗੇ ਦਾ ਮਤਲਬ ਨਹੀਂ ਹੋਣਗੇ। ਫਿਰ ਉਸ ਤੋਂ ਬਾਅਦ ਤਲਖ ਕਲਾਮੀ ਹੋਈ ਹੈ, ਬੜੀ ਤਕੜੀ ਚਰਚਾ ਹੋਈ ਹੈ। ਬਲਵੀਰ ਸਿੰਘ ਰਾਜੇਵਾਲ ਦੇ ਸਵਾਲਾਂ ਤੇ ਉਹਨਾਂ ਦੇ ਉੱਤਰਾਂ ਦੇ ਮੂਹਰੇ ਨਾ ਤਾਂ ਸੋਮ ਪ੍ਰਕਾਸ਼ ਹੋਰੀ ਕੁਛ ਬੋਲੇ, ਨਾ ਤੋਮਰ ਹੋਰੀ ਕੁਛ ਬੋਲੇ ਤੇ ਨਾ ਹੀ ਪੀਯੂਸ਼ ਗੋਇਲ ਹੋਰੀ ਕੁਛ ਬੋਲੇ। ਉਹਨਾਂ ਨੇ ਕੱਲੀ ਗੱਲ ਦਾ ਦਲੀਲ ਦੇ ਨਾਲ ਉੱਤਰ ਦਿੱਤਾ ਹੈ, ਜਿਹਦੇ ਕਰਕੇ ਚਾਰੇ ਪਾਸੇ ਸੁੰਨ ਜੀ ਛਾ ਗਈ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਅਗਲੀ ਰਣਨੀਤੀ ਕੀ ਹੋਊਗੀ? ਕੀ ਖੇਤੀ ਕਾਨੂੰਨ ਰੱਦ ਹੋਣਗੇ ਕਿ ਨਹੀਂ? ਕੀ ਕੇਂਦਰ ਦੀ ਸਰਕਾਰ ਕਿਸਾਨਾਂ ਨੂੰ ਪਾੜਨਾ ਚਾਹੁੰਦੀ ਹੈ? ਕੀ ਕੇਂਦਰ ਦੀ ਸਰਕਾਰ ਇਹ ਚਾਹੁੰਦੀ ਹੈ ਜੀ ਕਿ ਵਾਰ-ਵਾਰ ਮੀਟਿੰਗਾਂ ਦੀਆਂ ਤਰੀਕਾਂ ਦਰ ਦੇ ਕੇ ਅਸੀਂ ਇਹਨਾਂ ਦਾ ਹੌਸਲਾ ਪਸਤ ਕਰ ਦਈਏ? ਮਾਜਰਾ ਕੀ ਹੈ ਇਹਦੇ ਪਿੱਛੇ? ਹੁਣ ਵੀ ਕਿਉਂਕਿ 11 ਤਰੀਕ ਨੂੰ ਕਿਸਾਨ ਆਗੂਆਂ ਨੇ ਇੱਕ ਮਹੱਤਵਪੂਰਨ ਮੀਟਿੰਗ ਆਪਸ ਦੇ ਵਿੱਚ ਕਰਨੀ ਹੈ। ਨਵੀਂ ਤਰੀਕ ਕੇਂਦਰ ਦੀ ਸਰਕਾਰ ਨੇ 15 ਦੇ ਦਿੱਤੀ ਹੈ, ਯਾਨੀ ਕਿ 15 ਜਨਵਰੀ ਨੂੰ ਹੁਣ ਇੱਕ ਵਾਰ ਫਿਰ ਮੀਟਿੰਗ ਹੋਊਗੀ। ਇਹਦਾ ਮਤਲਬ ਇਹ ਹੈ ਵੀ ਐਤਕੀ ਕਿਸਾਨਾਂ ਦੀ ਮਾਘੀ ਤੇ ਕਿਸਾਨਾਂ ਦੇ ਲਈ ਲੋਹੜੀ ਦਾ ਤਿਉਹਾਰ ਆ ਜਿਹੜਾ ਉਹ ਸੜਕਾਂ ਦੇ ਉੱਤੇ ਨਿਕਲੂਗਾ। ਜਿਵੇਂ ਕਿ ਨਵਾਂ ਸਾਲ ਸੜਕਾਂ ਦੇ ਉੱਤੇ ਚੜ੍ਹਿਆ ਤੇ ਆਪਾਂ ਜਾਣਦੇ ਹਾਂ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਸੰਘਰਸ਼ ਸ਼ੁਰੂ ਹੋਇਆ ਉਦੋਂ ਤੋਂ ਹੁਣ ਤੱਕ ਬਹੁਤ ਸਾਰੇ ਦਿਹਾੜੇ ਤੇ ਬਹੁਤ ਸਾਰੇ ਤਿਉਹਾਰ ਆ ਜਿਹੜੇ ਉਹ ਸੜਕਾਂ ਦੇ ਉੱਤੇ ਸੰਘਰਸ਼ ਕਰਦਿਆਂ ਕਿਸਾਨਾਂ ਨੇ ਇਹ ਮਨਾਏ ਆ ਤੇ ਉਹਨਾਂ ਨੇ ਆਪਣੇ ਜਲਾਉ ਨੂੰ, ਆਪਣੇ ਜੋਸ਼ ਨੂੰ ਬਰਕਰਾਰ ਵੀ ਰੱਖਿਆ। ਕਿਉਂਕਿ ਜਦੋਂ ਹੁਣ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਬਣਾਇਆ ਗਿਆ ਉਹ ਵੀ ਸਿੰਘੂ ਤੇ ਟਿੱਕਰੀ ਬਾਰਡਰ ਦੇ ਉੱਤੇ ਬਣਾਇਆ। ਉਸ ਤੋਂ ਪਹਿਲਾਂ ਨਵਾਂ ਸਾਲ ਆ ਜਿਹੜਾ ਉਹਦੇ ਬਾਰੇ ਵੀ ਖਬਰਾਂ ਇਹੀ ਆਈਆਂ ਕਿ ਉਹ ਸੜਕਾਂ ਦੇ ਉੱਤੇ ਬਣਾਇਆ ਗਿਆ। ਤੇ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਉਹ ਵੀ ਸੜਕਾਂ ਦੇ ਉੱਤੇ ਬਣਾਇਆ ਗਿਆ ਸੀ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਕੇਂਦਰ ਦੀ ਸਰਕਾਰ ਤਾਂ ਮੰਨਦੀ ਨਹੀਂ, ਉਹਨਾਂ ਦੀ ਧੌਣ ਦੇ ਵਿੱਚ ਫਸਿਆ ਹੋਇਆ ਕੀਲਾ ਨਿਕਲਦਾ ਨਹੀਂ, ਤਾਂ ਹੱਲ ਕੀ ਨਿਕਲੂਗਾ? ਕਿਸਾਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਕਰ ਜਾਵਾਂਗੇ, ਅਸੀਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਕਿੰਨਾ ਕੁ ਸੰਘਰਸ਼ ਤਿੱਖਾ ਹੋਊਗਾ? ਹੁਣ ਸਵਾਲ ਇਹ ਪੈਦਾ ਹੁੰਦਾ। ਕੇਂਦਰ ਦੀ ਸਰਕਾਰ ਨੇ ਕੱਲ੍ਹ ਇਹ ਗੱਲ ਕਹਿ ਦਿੱਤੀ ਆ ਕਿ ਇੱਕ ਕਮੇਟੀ ਬਣਾ ਲਓ। ਹੁਣ ਉਸ ਕਮੇਟੀ ਦੇ ਵਿੱਚ ਕੌਣ ਹੋਣਗੇ ਤੇ ਕੀ ਇਹ ਕਮੇਟੀ ਦੇ ਨਾਂ ਦੇ ਉੱਤੇ ਕਿਸਾਨ ਆਗੂਆਂ ਨੂੰ ਪਾੜਨ ਦੀ ਸਾਜ਼ਿਸ਼ ਤਾਂ ਨਹੀਂ? ਸਵਾਲ ਇਹ ਵੀ ਪੈਦਾ ਹੁੰਦਾ। ਹੁਣ ਡਾਕਟਰ ਦਰਸ਼ਨਪਾਲ ਹੋਰਾਂ ਨੇ ਤੇ ਬਾਕੀ ਮਹੱਤਵਪੂਰਨ ਜਿਹੜੇ ਮੋਹਤਵਾਰ ਵਿਚਾਰ ਰੱਖਣ ਵਾਲੇ ਜਿਹੜੇ ਆਗੂ ਉਹਨਾਂ ਨੇ ਮੀਟਿੰਗ ਕਰਨੀ 11 ਤਰੀਕ ਨੂੰ, ਜਿਹੜੀ ਉਹਦੇ ਬਾਬਤ ਅਸੀਂ ਹੁਣੇ ਤਾਂ ਕੁਝ ਕਹਿ ਨਹੀਂ ਸਕਦੇ। ਪਰ ਲੰਘੇ ਕੱਲ੍ਹ ਦੀ ਮੀਟਿੰਗ ਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਮਾਯੂਸੀ ਵਾਲੀਆਂ ਗੱਲਾਂ ਸਾਹਮਣੇ ਆਈਆਂ। ਜਦੋਂ ਉੱਥੇ ਤਕਰਾਰਬਾਜ਼ੀ ਹੋਈ, ਜਦੋਂ ਉੱਥੇ ਇੱਕ ਦੂਜੇ ਦੇ ਨਾਲ ਤਲਖੀ ਦੇ ਵਿੱਚ ਗੱਲਬਾਤ ਹੋਈ, ਤਾਂ ਫਿਰ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਪਾਣੀ ਫਿਰਨਾ ਸ਼ੁਰੂ ਹੋ ਗਿਆ। ਹਰ ਇੱਕ ਦੇ ਚਿਹਰੇ ਦੇ ਉੱਤੇ ਮਾਯੂਸੀ ਵੀ ਸੀ ਵੀ ਸਾਡਾ ਐਡਾ ਵੱਡਾ ਕੀ ਗੁਨਾਹ ਹੋ ਗਿਆ, ਵੀ ਅਸੀਂ ਐਡੀ ਵੱਡੀ ਕੀ ਗਲਤੀ ਕਰਤੀ ਕਿ ਕਿਸਾਨ ਇੰਨੀ ਵੱਡੀ ਗਿਣਤੀ ਦੇ ਵਿੱਚ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠੇ ਜਿਹੜੇ ਇਹ ਤਾਂ ਦਿਸਦੇ ਨਹੀਂ। ਪਰ ਕੇਂਦਰ ਦੇ ਮੰਤਰੀ ਕਹਿ ਰਹੇ ਜੀ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਇਹਨਾਂ ਖੇਤੀ ਕਾਨੂੰਨਾਂ ਦੇ ਪੱਖ ਦੇ ਵਿੱਚ ਹੈ। ਉਹ ਧਰਤੀ ਦੇ ਕਿਹੜੇ ਹਿੱਸੇ ਦੇ ਵਿੱਚ ਰਹਿੰਦੇ ਕਿਸਾਨ, ਜਾਂ ਉਹ ਮੰਗਲ ਗ੍ਰਹਿ ਦੇ ਉੱਤੇ ਰਹਿਣ ਲੱਗ ਪਏ, ਉਹਨਾਂ ਨੂੰ ਕਿਹੜੇ ਕੋਨੇ ਦੇ ਵਿੱਚ ਜਿਹੜਾ ਲੁਕੋਇਆ ਗਿਆ, ਇਹਦੇ ਬਾਬਤ ਕੇਂਦਰ ਦੇ ਮੰਤਰੀ ਕੁਝ ਦੱਸਦੇ ਨਹੀਂ। ਚੌਥੇ ਦਿਨ ਖਬਰ ਇਹ ਆਉਂਦੀ ਹੈ ਵੀ 15 ਕਿਸਾਨ ਜਥੇਬੰਦੀਆਂ ਫਲਾਣੇ ਸੂਬੇ ਦੇ ਵਿੱਚੋਂ ਆਈਆਂ ਤੇ ਉਹਨਾਂ ਨੇ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ। ਹਾਲਾਂਕਿ ਉਹਨਾਂ ਦਾ ਕੋਈ ਵਜੂਦ ਨਹੀਂ ਹੁੰਦਾ,
ਉਹਨਾਂ ਜਥੇਬੰਦੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ। ਜੇਕਰ ਉਹ ਕਿਸਾਨ ਜਥੇਬੰਦੀਆਂ ਇੰਨੀਆਂ ਕਿ ਮਹੱਤਵਪੂਰਨ ਆ, ਜੇਕਰ ਉਹਨਾਂ ਦੀ ਇੰਨੀ ਵੱਡੀ ਪਛਾਣ ਆ, ਤਾਂ ਫਿਰ ਇਸ ਵਕਤ ਪੰਜਾਬ ਦੇ ਕਿਸਾਨ ਆਗੂ ਇਹ ਗੱਲ ਕਹਿੰਦੇ ਆ ਕਿ ਉਹਨਾਂ ਦੀ ਪਛਾਣ ਨੂੰ ਜਨਤਕ ਕੀਤਾ ਜਾਵੇ, ਦੱਸਿਆ ਜਾਵੇ ਉਹਨਾਂ ਨੇ ਕਿਹੜੇ ਕਿਹੜੇ ਘੋਲ ਲੜੇ ਆ, ਉਹਨਾਂ ਨੇ ਕਿਹੜੇ ਕਿਹੜੇ ਅੰਦੋਲਨਾਂ ਦੇ ਵਿੱਚ ਹਿੱਸਾ ਲਿਆ, ਕਿੰਨੀਆਂ ਕੁ ਉਹਨਾਂ ਨੇ ਹੁਣ ਤੱਕ ਕੁਰਬਾਨੀਆਂ ਦਿੱਤੀਆਂ, ਉਹ ਕਦੋਂ ਰਜਿਸਟਰਡ ਹੋਈਆਂ, ਕਿਹੜੇ ਕਿਹੜੇ ਉਹਦੇ ਆਗੂ ਆ, ਕਿੰਨੇ ਕੁ ਲੋਕ ਉਹਨਾਂ ਦੇ ਪਿੱਛੇ ਆ। ਆਪੇ ਬਣਾ ਕੇ ਤੁਸੀਂ ਫੇਕ ਜਿਹੀਆਂ ਜਥੇਬੰਦੀਆਂ ਤੇ ਆਪੇ ਸਾਡੇ ਮੂਹਰੇ ਖੜੀਆਂ ਕਰ ਰਹੇ ਹੋ। ਇਸ ਕਰਕੇ ਕਿਸਾਨ ਆਗੂ ਭੜਕੇ ਹੋਏ ਆ। ਭੜਕੇ ਹੋਏ ਕਿਸਾਨ ਆਗੂ ਆਉਂਦੇ ਸਮੇਂ ਦੇ ਵਿੱਚ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ ਕਰ ਰਹੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। 3 ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਲੰਘੇ ਕੱਲ੍ਹ 44ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਕੇਂਦਰ ਤੇ ਕਿਸਾਨ ਜਥੇਬੰਦੀਆਂ ਦਰਮਿਆਨ 8ਵੇਂ ਦੌਰ ਦੀ ਮੀਟਿੰਗ ਹੋਈ। ਇਹ ਮੀਟਿੰਗ ਵੀ ਬੇਨਤੀਜਾ ਰਹੀ। ਹੁਣ ਅਗਲੀ ਮੀਟਿੰਗ 15 ਜਨਵਰੀ ਨੂੰ ਹੋਣੀ ਹੈ। ਸੂਤਰਾਂ ਦੇ ਮੁਤਾਬਕ ਮੀਟਿੰਗ ਦੇ ਵਿੱਚ ਇੱਕ ਵਾਰ ਸਰਕਾਰ ਨੇ ਕਿਸਾਨ ਨੇਤਾਵਾਂ ਸਾਹਮਣੇ ਕਾਨੂੰਨਾਂ ਦੇ ਵਿੱਚ ਸੋਧ ਦਾ ਪ੍ਰਸਤਾਵ ਰੱਖਿਆ। ਸਰਕਾਰ ਵੱਲੋਂ ਇਹ ਗੱਲ ਕਹੀ ਗਈ ਕਿ ਕਾਨੂੰਨ ਵਾਪਸ ਨਹੀਂ ਲਏ ਜਾ ਸਕਦੇ, ਕਿਉਂਕਿ ਕਾਫੀ ਕਿਸਾਨ ਇਹਦੇ ਪੱਖ ਦੇ ਵਿੱਚ ਵੀ ਨੇ। ਉੱਥੇ ਦੂਜੇ ਪਾਸੇ ਕਿਸਾਨ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਦੁਹਰਾਉਂਦੇ ਰਹੇ। ਸਰਕਾਰ ਦੇ ਰੁਖ ਤੋਂ ਨਾਰਾਜ਼ ਕਿਸਾਨਾਂ ਨੇ ਮੀਟਿੰਗ ਦੌਰਾਨ ਲੰਗਰ ਖਾਣ ਤੋਂ ਇਨਕਾਰ ਕਰ ਦਿੱਤਾ। ਤਲਖੀ ਵੱਢਣ ਦੇ ਉੱਤੇ ਸਰਕਾਰ ਨੇ ਲੰਚ ਬ੍ਰੇਕ ਦੀ ਅਪੀਲ ਕੀਤੀ ਤਾਂ ਕਿਸਾਨ ਨੇਤਾਵਾਂ ਨੇ ਕਿਹਾ, ਨਾ ਤਾਂ ਅਸੀਂ ਰੋਟੀ ਖਾਵਾਂਗੇ ਤੇ ਨਾ ਹੀ ਚਾਹ ਪੀਵਾਂਗੇ। ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਤਿੰਨੇ ਕਾਨੂੰਨਾਂ ਦੇ ਉੱਤੇ ਮੀਟਿੰਗ ਦੇ ਵਿੱਚ ਚਰਚਾ ਹੋਈ, ਪਰ ਕੋਈ ਫੈਸਲਾ ਨਹੀਂ ਹੋਇਆ। ਅਗਲੀ ਚਰਚਾ ਦੇ ਵਿੱਚ ਹੱਲ ਨਿਕਲਣ ਦੀ ਆਸ ਹੈ। ਕੁਝ ਕਿਸਾਨ ਮੀਟਿੰਗ ਦੇ ਵਿੱਚ ਤਖਤੀਆਂ ਲੈ ਕੇ ਆਏ ਸਨ, ਜਿਨ੍ਹਾਂ ਦੇ ਉੱਤੇ ਲਿਖਿਆ ਸੀ, ਅਸੀਂ ਜਾਂ ਤਾਂ ਮਰਾਂਗੇ ਤੇ ਜਾਂ ਫਿਰ ਜਿੱਤਾਂਗੇ। ਮੀਟਿੰਗ ਤੋਂ ਬਾਅਦ ਅਖਿਲ ਭਾਰਤੀ ਕਿਸਾਨ ਸਭਾ ਦੇ ਮਹਾਸਕੱਤਰ ਹਨਨ ਮੁੱਲਾ ਨੇ ਕਿਹਾ, ਮੀਟਿੰਗ ਦੌਰਾਨ ਤਿੱਖੀ ਬਹਿਸ ਹੋਈ ਹੈ। ਅਸੀਂ ਕਿਹਾ ਕਿ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਿਨਾਂ ਕੁਝ ਵੀ ਨਹੀਂ ਚਾਹੁੰਦੇ। ਅਸੀਂ ਕਿਸੇ ਵੀ ਅਦਾਲਤ ਦੇ ਵਿੱਚ ਨਹੀਂ ਜਾਵਾਂਗੇ। ਅਸੀਂ ਲੜਾਈ ਜਾਰੀ ਰੱਖਾਂਗੇ। 26 ਜਨਵਰੀ ਨੂੰ ਸਾਡੀ ਪਰੇਡ ਯੋਜਨਾ ਦੇ ਮੁਤਾਬਕ ਹੀ ਹੋਵੇਗੀ। ਕਿਸਾਨਾਂ ਨੇ ਗਣਤੰਤਰ ਦਿਵਸ ਦੌਰਾਨ ਟਰੈਕਟਰ ਰੈਲੀ ਕੱਢਣ ਦੀ ਗੱਲ ਆਖੀ ਹੈ। ਸਰਕਾਰ ਨਾਲ ਗੱਲਬਾਤ ਤੋਂ ਪਹਿਲਾਂ ਵੀਰਵਾਰ ਹਜ਼ਾਰਾਂ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਟਰੈਕਟਰ ਰੈਲੀ ਕੱਢੀ ਸੀ। ਕੇਂਦਰੀ ਖੇਤੀਬਾੜੀ ਮੰਤਰੀ ਤੋਮਰ, ਕੇਂਦਰੀ ਮੰਤਰੀ ਪੀਯੂਸ਼ ਗੋਇਲ ਤੇ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 40 ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਨਾਲ ਵਿਗਿਆਨ ਭਵਨ ਦੇ ਵਿੱਚ ਵਾਰਤਾ ਕੀਤੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ 15 ਤਰੀਕ ਦੀ ਮੀਟਿੰਗ ਦੇ ਵਿੱਚ ਕਿਸਾਨ ਫੇਰ ਜਾਣਗੇ, ਇਹ ਗੱਲ ਪੱਕੀ ਹੈ। ਉਸ ਤੋਂ ਪਹਿਲਾਂ ਇੱਕ ਕਮੇਟੀ ਬਣਦੀ ਕਿ ਨਹੀਂ ਕਿਸਾਨਾਂ ਦੀ, ਇਹ ਵਕਤ ਬਿਆਨ ਕਰੂਗਾ। 11 ਤਰੀਕ ਦੀ ਮੀਟਿੰਗ ਦੱਸੂਗੀ। ਪਰ ਇਹ ਗੱਲ ਪੱਕੀ ਹੈ ਕਿ 15 ਤਰੀਕ ਦੀ ਮੀਟਿੰਗ ਦੇ ਵਿੱਚ ਵੀ ਕੋਈ ਸੱਟਾ ਨਹੀਂ ਨਿਕਲਣਾ, ਕਿਉਂਕਿ ਜਿਨ੍ਹਾਂ ਨੇ ਹੱਲ ਕੱਢਣਾ ਉਹਨਾਂ ਨੇ ਤਾਂ ਅੱਜ ਬਿਲਕੁਲ ਕਹਿ ਦਿੱਤਾ, ਲਕੀਰ ਖਿੱਚ ਦਿੱਤੀ ਜੀ ਕਿ ਅਸੀਂ ਨਹੀਂ ਕੋਈ ਕਾਨੂੰਨ ਰੱਦ ਕਰਨਾ। ਜੇ ਤਾਂ ਕੋਈ ਅਲਟਰਨੇਟ ਕਰਾਉਣਾ, ਜੇਕਰ ਕੋਈ ਤੁਹਾਡੇ ਕੋਲੇ ਬਦਲ ਹੈ ਤਾਂ ਉਹ ਦੱਸੋ, ਅਸੀਂ ਇਸ ਕਾਨੂੰਨ ਨੂੰ ਰੱਦ ਨਹੀਂ ਕਰ ਸਕਦੇ। ਮਤਲਬ ਇਹ ਆ ਵੀ ਭਾਵੇਂ 15 ਤਰੀਕ ਨੂੰ ਇਹ ਗੱਲ ਕਹਿ ਦਿੱਤੀ ਜਾਵੇ ਕਿ 22 ਨੂੰ ਫੇਰ ਮੀਟਿੰਗ ਕਰਦੇ ਹਾਂ, 22 ਨੂੰ ਭਾਵੇਂ ਕਹਿ ਦੇਣ ਆਪਾਂ 26 ਨੂੰ ਫੇਰ ਮਿਲਦੇ ਹਾਂ, ਜਿੰਨੀਆਂ ਮਰਜ਼ੀ ਮੀਟਿੰਗਾਂ ਕਰ ਲਓ, ਇਸ ਮੀਟਿੰਗ ਦੇ ਵਿੱਚ ਵੀ ਹੱਲ ਨਹੀਂ ਕੋਈ ਨਿਕਲਿਆ ਲੰਘੇ ਕੱਲ੍ਹ, ਤੇ ਆਉਂਦੇ ਸਮੇਂ ਦੇ ਵਿੱਚ ਵੀ ਖੇਤੀ ਕਾਨੂੰਨ ਰੱਦ ਕਰਨ ਵਾਲੀ ਗੱਲ ਦੇ ਉੱਤੇ ਉਹਨਾਂ ਨੇ ਨਹੀਂ ਆਉਣਾ। ਸੋ ਅਗਲੀ ਗੱਲ ਇਹ ਹੈ, ਨਰਿੰਦਰ ਸਿੰਘ ਤੋਮਰ ਨੇ ਲੰਘੇ ਕੱਲ੍ਹ ਤਲਖ ਮਾਹੌਲ ਦੇ ਵਿੱਚ ਗੱਲ ਕਹੀ ਕਿ ਲੱਗਦਾ ਜਿਹੋ ਜੀ ਗੱਲ ਪੇਚੀਦਾ ਹੁੰਦੀ ਜਾਂਦੀ ਹੈ, ਸੁਪਰੀਮ ਕੋਰਟ ਦੇ ਉੱਤੇ ਹੀ ਫੈਸਲਾ ਛੱਡਣਾ ਪਊਗਾ। ਪਿਛਲੇ ਕਈ ਦਿਨਾਂ ਤੋਂ ਇਸ ਗੱਲ ਦੀ ਚਰਚਾ ਚੱਲ ਰਹੀ ਹੈ ਵੀ ਸ਼ਾਇਦ ਆਉਂਦੇ ਸਮੇਂ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਇਹ ਗੱਲ ਕਹੀ ਜਾਵੇ, ਸ਼ਾਇਦ ਮੈਂ ਕਹਿਣਾ ਕੁਝ ਪੱਕਾ ਨਹੀਂ, ਕਿ ਜੀ ਇਹ ਰਾਜਾਂ ਦੇ ਅਧਿਕਾਰ ਦਾ ਵਿਸ਼ਾ, ਰਾਜ ਇਹਦੇ ਮੁਤਲਕ ਆਪੇ ਫੈਸਲਾ ਕਰ ਲੈਣ ਕਿ ਕਿਹੜੇ ਸੂਬੇ ਨੇ ਖੇਤੀ ਕਾਨੂੰਨ ਲਾਗੂ ਕਰਨੇ ਤੇ ਕਿਹੜੇ ਨੇ ਨਹੀਂ। ਇਹੋ ਜਿਹੀਆਂ ਕਨਸੋਆਂ ਪ੍ਰਾਪਤ ਹੋ ਰਹੀਆਂ। ਜੇਕਰ ਇਦਾਂ ਦੀ ਗੱਲ ਹੋ ਜਾਂਦੀ ਹੈ ਤਾਂ ਮੰਨਿਆ ਇਹ ਜਾ ਰਿਹਾ ਜੀ ਕਿ ਸੂਬੇ ਆਪਸ ਦੇ ਵਿੱਚ ਵੀ ਭਿੜ ਸਕਦੇ ਆ। ਜਿਹੜੇ ਹੁਣ ਹਰਿਆਣੇ ਦੇ, ਉੱਤਰਾਖੰਡ ਦੇ ਕਿਸਾਨ ਬੈਠੇ ਆ, ਮੱਧ ਪ੍ਰਦੇਸ਼ ਦੇ ਬੈਠੇ ਆ, ਤੇ ਯੂਪੀ ਦੇ ਬੈਠੇ ਆ, ਗੁਜਰਾਤ ਦੇ ਬੈਠੇ ਆ, ਪੰਜਾਬ ਦੇ ਬੈਠੇ ਆ, ਜਿਹੜੇ ਸੂਬਿਆਂ ਦੇ ਵਿੱਚ ਮੰਨ ਲਓ ਖੇਤੀ ਕਾਨੂੰਨ ਰੱਦ ਹੋ ਜਾਣਗੇ, ਕਿਉਂਕਿ ਜਿਹੜੇ ਸੂਬਿਆਂ ਦੇ ਵਿੱਚ ਭਾਜਪਾ ਮੁਕਤ ਸਰਕਾਰਾਂ ਹੈਗੀਆਂ, ਉਹ ਕਿਸਾਨ ਹੋ ਸਕਦਾ ਵਾਪਸ ਆ ਜਾਣ, ਤੇ ਜਿਹੜੇ ਸੂਬਿਆਂ ਦੇ ਵਿੱਚ ਭਾਜਪਾ ਵਾਲੀਆਂ ਸਰਕਾਰਾਂ, ਇਹਦਾ ਮਤਲਬ ਉੱਥੇ ਕਾਨੂੰਨ ਲਾਗੂ ਹੋ ਜਾਣਗੇ। ਉੱਥੋਂ ਦੇ ਕਿਸਾਨ ਧਰਨੇ ਦੇ ਉੱਤੇ ਬੈਠੇ ਰਹਿਣਗੇ ਤੇ ਸਰਕਾਰ ਦੀ ਇੱਕ ਨੀਤੀ ਹੋ ਸਕਦੀ ਆ ਕਿ ਇੱਦਾਂ ਕਿਸਾਨਾਂ ਨੂੰ ਪਾੜ ਦਿੱਤਾ ਜਾਵੇ, ਇਸ ਅੰਦੋਲਨ ਦੇ ਵਿੱਚ ਇਵੇਂ ਸੰਨ ਲਾਈ ਜਾਵੇ। ਹੁਣ ਉਸ ਤੋਂ ਅਗਲੀ ਗੱਲ ਇਹ ਆ ਵੀ ਕੇਂਦਰ ਦੀ ਸਰਕਾਰ ਵਾਰ-ਵਾਰ ਮੀਟਿੰਗਾਂ ਦੀਆਂ ਤਰੀਕਾਂ ਅੱਗੇ ਕਿਉਂ ਪਾ ਰਹੀ ਹੈ। ਉਹਦਾ ਕਾਰਨ ਸਭ ਤੋਂ ਵੱਡਾ ਇਹ ਹੈਗਾ ਵੀ ਕੇਂਦਰ ਦੇ ਕੋਲੇ ਇੱਕ ਨੁਕਤਾ, ਅੱਜ ਤੱਕ ਇਹ ਨੁਕਤਾ ਬਹੁਤ ਵਾਰ ਅਜ਼ਮਾਇਆ ਗਿਆ। ਜਦੋਂ ਕੇਂਦਰ ਨੂੰ ਇਹ ਲੱਗੇ ਜੀ ਕਿ ਸਾਡੀ ਹੇਠੀ ਹੋ ਰਹੀ ਹੈ, ਸਾਡੀ ਪਿੱਠ ਲੱਗ ਰਹੀ ਹੈ, ਉਹ ਤਰੀਕਾਂ ਇਵੇਂ ਹੀ ਪਾਉਂਦੇ ਹੁੰਦੇ ਆ ਤਾਂ ਜੋ ਇਹ ਸੁਨੇਹਾ ਜਾਵੇ ਜੀ ਕਿ ਇਹਦਾ ਕੋਈ ਹੱਲ ਨਹੀਂ ਨਿਕਲਣਾ। ਬਸ ਹੁਣ ਤਾਂ ਹੱਲ ਨਿਕਲਣਾ ਹੀ ਨਹੀਂ, ਕਿਉਂਕਿ ਹੁਣ ਤਾਂ ਜੀ ਦੇਖੋ ਇੰਨੀਆਂ ਮੀਟਿੰਗਾਂ ਹੋ ਗਈਆਂ। ਉਹ ਨਹੀਂ ਮੰਨਦੇ, ਉਹ ਚਾਹੁੰਦੇ ਜੀ ਕਿ ਇੱਕ ਇਹੋ ਜਿਹੀ ਆਵਾਜ਼ ਉੱਠ ਖੜੇ, ਇੱਕ ਇਹੋ ਜਿਹੀ ਗੱਲ ਫੈਲ ਜਾਵੇ ਕਿ ਨਹੀਂ ਹੁਣ ਸਾਨੂੰ ਝੁਕਣਾ ਪੈਣਾ। ਉਹ ਨਹੀਂ ਝੁਕਦੇ, ਉਹ ਤਾਂ ਅੜ ਗਏ ਆ। ਸੋ ਜਿੰਨੀਆਂ ਮੀਟਿੰਗਾਂ ਹੋ ਗਈਆਂ ਉਹ ਬਹੁਤ ਜ਼ਿਆਦਾ
ਆਉਂਦੇ ਸਮੇਂ ਦੇ ਵਿੱਚ ਕਿੰਨੀਆਂ ਹੋਣਗੀਆਂ ਕੁਝ ਕਹਿ ਨਹੀਂ ਸਕਦੇ। ਪਰ ਲੰਘੇ ਕੱਲ੍ਹ ਵਾਲੀ ਮੀਟਿੰਗ ਦੇ ਵਿੱਚ ਜਿਵੇਂ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਨਿਰ ਉੱਤਰ ਕੀਤਾ ਤੋਮਰ ਹੋਰਾਂ ਨੂੰ, ਜਿਸ ਤਰੀਕੇ ਦੇ ਨਾਲ ਤਰਕਾਂ ਦੇ ਨਾਲ ਝਾੜਿਆ ਤੇ ਇਹ ਗੱਲ ਕਹੀ ਹੈ, ਤੁਸੀਂ ਕਮੇਟੀ ਕਹਿੰਦੇ ਹੋ, ਤੁਸੀਂ ਸੈਕਟਰੀ ਤੇ ਜੁਆਇੰਟ ਸੈਕਟਰੀ ਲਾ ਦਿਓਗੇ, ਉਹ ਸਾਨੂੰ ਤਰੀਕਾਂ ਦੇ ਉੱਤੇ ਤਰੀਕਾਂ ਦੇਈ ਜਾਣਗੇ, ਲੌਜਿਕ ਦੇ ਉੱਤੇ ਲੌਜਿਕ ਦੇਈ ਜਾਣਗੇ, ਹੱਲ ਕੋਈ ਨਿਕਲਣਾ ਨਹੀਂ। ਤੁਸੀਂ ਸਿੱਧਾ ਕਹੋ ਵੀ ਅਸੀਂ ਖੇਤੀ ਕਾਨੂੰਨ ਨਹੀਂ ਰੱਦ ਕਰਨੇ ਤੇ ਲਿਖ ਕੇ ਦਿੰਦੇ ਹਾਂ ਇਸ ਗੱਲ ਦੇ ਉੱਤੇ ਵੀ ਨਹੀਂ ਰੱਦ ਕਰਦੇ, ਫਿਰ ਅਸੀਂ ਆਪ ਦਾ ਅੰਦੋਲਨ ਆਪੇ ਦੇਖ ਲਾਂਗੇ। ਇਸ ਗੱਲ ਦੇ ਉੱਤੇ ਕੋਈ ਬੋਲਿਆ ਨਹੀਂ। ਰਾਜੇਵਾਲ ਹੋਰਾਂ ਨੇ ਇਹ ਵੀ ਗੱਲ ਕਹੀ ਹੈ ਵੀ ਸਾਨੂੰ ਪਤਾ ਤੁਸੀਂ ਸਰਕਾਰ ਹੋ ਤੇ ਤੁਸੀਂ ਲੋਕਾਂ ਨੂੰ ਕੁਝ ਸਮਝਦੇ ਨਹੀਂ, ਕਿਸਾਨਾਂ ਨੂੰ ਤੁਸੀਂ ਥੋੜ੍ਹੇ ਜਿਹੇ ਸਮਝਦੇ ਹੋ, ਸਾਡਾ ਕਸੂਰ ਕੀ ਹੈ ਇਹ ਦੱਸੋ, ਕਿਉਂਕਿ ਤੁਸੀਂ ਸਾਡੇ ਉੱਤੇ ਜ਼ਿਆਦਤੀ ਕਰ ਰਹੇ ਹੋ, ਅਤਿਆਚਾਰ ਕਰ ਰਹੇ ਹੋ। ਤੇ ਪਹਿਲੀ ਵਾਰ ਹੋਇਆ ਵੀ ਕਿਸਾਨ ਐਤਕੀ ਤਖਤੀਆਂ ਲਿਖ ਕੇ ਲਗਾਏ ਸੀ ਜਿਨ੍ਹਾਂ ਉੱਤੇ ਲਿਖਿਆ ਸੀ ਜਾਂ ਤਾਂ ਮਰਾਂਗੇ ਜਾਂ ਫਿਰ ਜਿੱਤਾਂਗੇ। ਤੇ ਭਾਵੇਂ ਤੋਮਰ ਹੋਰਾਂ ਨੂੰ ਤੇ ਪੀਯੂਸ਼ ਗੋਇਲ ਨੂੰ ਪੰਜਾਬੀ ਨਾ ਆਉਂਦੀ ਹੋਵੇ, ਪਰ ਕੋਲ ਸੋਮ ਪ੍ਰਕਾਸ਼ ਵੀ ਬੈਠੇ ਸੀ ਜਿਹੜੇ ਹੁਸ਼ਿਆਰਪੁਰ ਤੋਂ ਆ, ਉਹਨਾਂ ਨੂੰ ਤਾਂ ਪੰਜਾਬੀ ਸਮਝ ਆਉਂਦੀ ਹੈ। ਸ਼ਾਇਦ ਉਹ ਹੀ ਬਾਅਦ ਦੇ ਵਿੱਚ ਦੱਸ ਦੇਣ ਵੀ ਕਿਸਾਨ ਕਿੰਨੇ ਇਸ ਵਕਤ ਜਨੂਨ ਤੇ ਆ ਤੇ ਕਿਸਾਨ ਕਿੰਨੇ ਇਸ ਵਕਤ ਉਤਸ਼ਾਹ ਦੇ ਵਿੱਚ ਵੀ ਹੈ ਤੇ ਕਿਸਾਨ ਤਾਂ ਸ਼ਹੀਦੀਆਂ ਦੇਣ ਨੂੰ ਤਿਆਰ ਬੈਠੇ ਆ, ਉਹ ਚੁੱਕਣ ਵਾਲੇ ਨਹੀਂ। ਸ਼ਾਇਦ ਹਿੰਦੀ ਦੇ ਵਿੱਚ ਉਹ ਅਨੁਵਾਦ ਕਰਕੇ ਦੱਸਦੇ ਵੀ ਹੋਣ। ਬਹੁਤ ਵੱਡੀ ਚਰਚਾ ਇਸ ਗੱਲ ਦੀ ਚੱਲ ਰਹੀ ਹੈ ਕਿ ਕੋਈ ਕਿਸਾਨ ਆਗੂ ਪੈਰ ਪਿੱਛੇ ਨੂੰ ਖਿੱਚਣ ਵਾਲੀ ਗੱਲ ਤਾਂ ਨਹੀਂ ਕਰੋ। ਲੋਕਾਂ ਦੇ ਮਨ ਵਿੱਚ 100 ਤਰ੍ਹਾਂ ਦੇ ਇਹੋ ਜਿਹੇ ਤੌਖਲੇ ਆ। ਕਈ ਲੋਕ ਤਾਂ ਬਿਨਾਂ ਗੱਲੋਂ ਵੀ ਗੱਲ ਬਣਾ ਲੈਂਦੇ ਆ ਕਿ ਨਹੀਂ ਜੀ ਨਹੀਂ, ਫਲਾਣੇ ਨੇ ਤਾਂ ਵਿਕ ਜਾਣਾ, ਫਲਾਣਾ ਤਾਂ ਵਿਕ ਗਿਆ ਹੋਣਾ। ਸਾਡੇ ਮੂੰਹ ਦੇ ਉੱਤੇ ਇੱਕ ਸ਼ਬਦ ਚੜਿਆ ਹੋਇਆ, ਸਾਨੂੰ ਕੋਈ ਪਤਾ ਨਹੀਂ ਹੁੰਦਾ ਬਹੁਤੀ ਵਾਰ ਵੀ ਕੌਣ ਵਿਕਿਆ, ਕਿਹਨੇ ਖਰੀਦਿਆ, ਕਿੰਨੇ 'ਚ ਖਰੀਦਿਆ, ਕੀ ਗੱਲ ਹੋਊ। ਵਿਕ ਗਿਆ ਜੀ, ਵਿਕ ਗਿਆ, ਵਿਕ ਗਿਆ, ਉਹ ਤਾਂ ਵਿਕ ਗਿਆ। ਆਹ ਗੱਲਾਂ ਜਿਹੜੀਆਂ ਉਹ ਕਈ ਵਾਰ ਚੁੱਭਦੀਆਂ। ਕਿਸੇ ਨੂੰ ਵੀ ਆਪਾਂ ਸਰਟੀਫਿਕੇਟ ਇੱਦਾਂ ਜਾਰੀ ਕਰ ਦਿੰਦੇ ਆ। ਹੁਣ ਵੀ ਕਈ ਕਿਸਾਨ ਆਗੂਆਂ ਦੇ ਉੱਤੇ ਸੋਸ਼ਲ ਮੀਡੀਆ 'ਤੇ ਇਹੋ ਜਿਹੇ ਦੋਸ਼ ਲੱਗ ਰਹੇ ਆ, ਪਰ ਮੇਰੀ ਬੇਨਤੀ ਆ ਕਿ ਆਪਾਂ ਆਪਦੇ ਦਿਮਾਗ ਦੇ ਘੋੜੇ ਕਾਬੂ ਦੇ ਵਿੱਚ ਰੱਖੀਏ। ਆਪ ਆਪਾਂ ਕੁਛ ਕਰਦੇ ਆ ਜਾਂ ਨਹੀਂ ਕਰਦੇ ਇਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਹੁੰਦਾ, ਪਰ ਅਸੀਂ ਦੂਜੇ ਦੇ ਵਿੱਚ ਨੁਕਸ ਕੱਢਣ ਲੱਗੇ ਇੱਕ ਸਕਿੰਟ ਲਾਉਣੇ, ਇੱਦਾਂ ਦਾ ਕੰਮ ਆਪਾਂ ਨਾ ਕਰਿਆ ਕਰਗੇ। ਜੇ ਸਾਡੇ ਕੋਲੇ ਕੋਈ ਸਬੂਤ ਹੈ ਉਹਦੀ ਪੇਸ਼ਕਾਰੀ ਕਰਿਆ ਕਰਗੇ। ਐਵੇਂ ਵਿਕ ਗਿਆ ਤੇ ਐਵੇਂ ਖਰੀਦ ਲਿਆ, ਇਹ ਗੱਲਾਂ ਆਪਾਂ ਬੰਦ ਕਰ ਦਈਏ। ਹੁਣ 3-4 ਕਿਸਾਨ ਆਗੂਆਂ ਦੇ ਮੁਤਲਕ ਇਹੋ ਜਿਹੀਆਂ ਗੱਲਾਂ ਚੱਲ ਰਹੀਆਂ ਜਿਹੜੀਆਂ ਕਿ ਮਾੜੀਆਂ ਨਹੀਂ ਹੋਣੀਆਂ ਚਾਹੀਦੀਆਂ। ਇਹਨਾਂ ਕਿਸਾਨ ਆਗੂਆਂ ਨੇ ਹੁਣ ਤੱਕ ਬਹੁਤ ਕੁਝ ਕੀਤਾ। ਦੇਖੋ, ਆਪਣੇ ਘਰ ਦੇ ਵਿੱਚ 5 ਮੈਂਬਰ ਹੋਣ, ਉਹਨਾਂ 5 ਨੂੰ ਇਕੱਠੇ ਰੱਖਣਾ ਬੜਾ ਔਖਾ ਹੋ ਜਾਂਦਾ। ਇੱਕ ਜਣਾ ਇੱਧਰ ਨੂੰ ਜਾਂਦਾ, ਇੱਕ ਜਣਾ ਇੱਧਰ ਨੂੰ ਜਾਂਦਾ। 1.5 ਮਹੀਨੇ ਤੋਂ ਉੱਤੇ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਬੈਠੇ ਆ। ਉਹਨਾਂ ਦੀ ਅਗਵਾਈ 40-42 ਬੰਦੇ ਕਰ ਰਹੇ ਆ। ਇਹ ਦੇਖੋ ਵੀ ਉਹਨਾਂ ਦੇ ਮਨ ਦੇ ਉੱਤੇ ਪ੍ਰੈਸ਼ਰ ਕਿੰਨਾ ਹੋ ਸਕਦਾ, ਦਬਾਅ ਕਿੰਨਾ ਹੋ ਸਕਦਾ। ਇੰਨੇ ਲੋਕਾਂ ਨੂੰ, ਇੰਨੇ ਇਕੱਠ ਨੂੰ ਸਾਂਭ ਕੇ ਵੀ ਰੱਖਣਾ, ਸਾਰੇ ਲੋਕਾਂ ਦਾ ਸਹਿਯੋਗ ਲੈ ਕੇ ਚੱਲਣਾ, ਸਭ ਦੀ ਰਜ਼ਾ ਦੇ ਮੁਤਾਬਕ ਵੀ ਚੱਲਣਾ, ਇਹ ਕੰਮ ਔਖਾ ਹੁੰਦਾ। ਉਹ ਵੀ ਕੇਂਦਰ ਦੇ ਮੰਤਰੀਆਂ ਦੇ ਮੂਹਰੇ ਬੈਠ ਕੇ ਹਕੂਮਤ ਦੇ ਨਾਲ ਮੱਥਾ ਲਾ ਕੇ ਚੱਲਣਾ ਕੰਮ ਸੌਖਾ ਨਹੀਂ ਆ। ਪਰ ਰਾਕੇਸ਼ ਟਕੈਤ ਹੋਰਾਂ ਨੇ ਲੰਘੇ ਕੱਲ੍ਹ ਕਮਾਲ ਦੀ ਗੱਲ ਕਹੀ ਹੈ, ਜਿਹੜੀ ਕਿ ਸੱਚੀ ਵੀ ਆ। ਅਸੀਂ ਪਿਛਲੇ ਦਿਨੀ ਇਹ ਗੱਲ ਕਹੀ ਸੀ ਵੀ ਜੇਕਰ ਅੱਜ ਦੀ ਤਰੀਕ ਦੇ ਵਿੱਚ ਮੰਨ ਲਓ 2, 4, 5, 7, 10 ਆਗੂ ਇਹ ਗੱਲ ਕਹਿਣ ਵੀ ਯਾਰ ਬਹੁਤ ਹੋ ਗਿਆ, ਜਿੰਨਾ ਹੋ ਗਿਆ ਹੋ ਗਿਆ, ਆਪਾਂ ਹੁਣ ਘਰਾਂ ਨੂੰ ਚੱਲਦੇ ਹਾਂ, ਲੀੜੇ ਪਾੜ ਦੇਣਗੇ ਲੋਕ ਜਿਹੜੇ ਉੱਥੇ ਬੈਠੇ ਆ। ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ। ਉਹਨਾਂ ਨੇ ਕਹਿਣਾ ਜੀ ਕਿ ਬੈਰੀਕੇਡ ਇਸ ਕਰਕੇ ਨਹੀਂ ਤੋੜੇ ਵੀ ਆਪਾਂ ਹੁਣ ਮੂੰਹ ਚੱਕ ਕੇ ਵਾਪਸ ਨੂੰ ਤੁਰ ਪਈਏ। ਅਸੀਂ ਇਸ ਕਰਕੇ ਆਏ ਹਾਂ ਵੀ ਮੰਜ਼ਿਲ ਫਤਿਹ ਕਰਨੀ ਆ। ਇਹੀ ਗੱਲ ਰਾਕੇਸ਼ ਟਕੈਤ ਹੋਰਾਂ ਨੇ ਕਹੀ ਹੈ। ਉਹ ਕਹਿੰਦੇ ਵੀ ਜੇਕਰ ਇਸ ਵਕਤ ਕੋਈ ਵੀ ਆਗੂ ਵਿਕਣ ਦੀ ਗੱਲ ਕਰੂਗਾ, ਜੇਕਰ ਕੋਈ ਵੀ ਆਗੂ ਝੁਕਣ ਦੀ ਗੱਲ ਕਰੂਗਾ, ਜੇਕਰ ਇਹ ਗੱਲ ਕਹੂਗਾ ਵੀ ਖੇਤੀ ਕਾਨੂੰਨ ਦੇ ਵਿੱਚ ਸੋਧਾ ਹੀ ਆਪਾਂ ਨੂੰ ਬਹੁਤ ਕਬੂਲ ਆ ਜੀ, ਲੋਕ ਉਹਨੂੰ ਬਰਦਾਸ਼ਤ ਨਹੀਂ ਕਰਨਗੇ, ਲੋਕ ਡਲੇ ਮਾਰ ਕੇ ਉਹਨੂੰ ਮਾਰ ਦੇਣਗੇ। ਤੇ ਵੱਡੀ ਗੱਲ ਇਹ ਆ ਵੀ 3 ਪੀੜ੍ਹੀਆਂ ਤੱਕ ਲੋਕਾਂ ਨੇ ਉਹਨਾਂ ਦੇ ਪੈਰ ਨਹੀਂ ਲੱਗਣ ਦੇਣੇ, ਟਿਕਣ ਨਹੀਂ ਦੇਣਾ। ਇਸ ਕਰਕੇ ਸਭ ਨੂੰ ਇਕਜੁੱਟ ਹੋ ਕੇ ਅੱਗੇ ਵਧਣਾ ਚਾਹੀਦਾ। ਸਾਰੇ ਕਿਸਾਨ ਆਗੂ ਸ਼ਹੀਦੀਆਂ ਪ੍ਰਾਪਤ ਕਰਨ ਵਾਸਤੇ ਵੀ ਤਿਆਰ ਰਹਿਣ। ਉਹ ਕਹਿਣ ਵੀ ਮਰ ਜਾਵਾਂਗੇ, ਪਿੱਛੇ ਨਹੀਂ ਹਟਦੇ, ਖੇਤੀ ਕਾਨੂੰਨ ਰੱਦ ਕਰਵਾਏ ਤੋਂ ਬਿਨਾਂ ਤਾਂ ਜਾਂਦੇ ਹੀ ਨਹੀਂ ਅਸੀਂ ਕਿਤੇ। ਗੱਲ ਬਹੁਤ ਕਮਾਲ ਦੀ ਆ, ਪਤੇ ਦੀ ਆ, ਇਵੇਂ ਹੋਣਾ ਚਾਹੀਦਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। 3 ਖੇਤੀ ਕਾਨੂੰਨਾਂ ਦੇ ਉੱਤੇ ਕੇਂਦਰ ਸਰਕਾਰ ਨਾਲ 8ਵੇਂ ਦੌਰ ਦੀ ਗੱਲਬਾਤ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਕੈਤ ਨੇ ਕਿਹਾ ਕਿ ਖੇਤੀ ਕਾਨੂੰਨ ਦੇ ਵਿੱਚ ਸੋਧਾਂ ਕਿਸੇ ਵੀ ਕੀਮਤ ਦੇ ਉੱਤੇ ਸਵੀਕਾਰ ਨਹੀਂ ਹੋਣਗੀਆਂ। ਉਹਨਾਂ ਨੇ ਸਪਸ਼ਟ ਕੀਤਾ ਕਿ ਮੋਰਚੇ ਵਿੱਚੋਂ ਜਿਹੜਾ ਵੀ ਕਿਸਾਨ ਆਗੂ ਸੋਧ ਵਾਸਤੇ ਰਾਜ਼ੀ ਹੁੰਦਾ ਹੈ, ਉਹ ਮੋਰਚੇ ਦੀ ਕਮੇਟੀ ਵਿੱਚੋਂ ਵੀ ਜਾਵੇਗਾ ਤੇ ਆਪਣਿਆਂ ਦੇ ਵਿੱਚੋਂ ਵੀ ਜਾਵੇਗਾ। ਪਿੰਡ ਦੇ ਲੋਕ ਉਸ ਕਿਸਾਨ ਆਗੂ ਦੇ ਰੋੜੇ ਮਾਰਨਗੇ। ਉਸ ਕਿਸਾਨ ਆਗੂ ਦੀਆਂ ਘੱਟੋ ਘੱਟ 3 ਪੀੜ੍ਹੀਆਂ ਨੂੰ ਲੋਕਾਂ ਨੂੰ ਜਵਾਬ ਦੇਣਾ ਪੈ ਸਕਦਾ ਹੈ। ਇਸ ਲਈ ਆਗੂ ਜਾਂ ਤਾਂ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਵਾਸਤੇ ਲੜਨ ਤੇ ਜਾਂ ਫਿਰ ਸ਼ਹੀਦੀਆਂ ਪ੍ਰਾਪਤ ਕਰਨ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਲਈ ਸ਼ਹੀਦ ਹੋਣ ਦਾ ਇਸ ਤੋਂ ਵਧੀਆ ਮੌਕਾ ਕਿਤੇ ਨਹੀਂ ਮਿਲਣਾ। ਟਕੈਤ ਨੇ ਸਪਸ਼ਟ ਕੀਤਾ ਕਿ ਕਾਨੂੰਨ ਲਾਗੂ ਕਰਨ ਲਈ ਸੂਬਿਆਂ ਦੇ ਉੱਤੇ ਛੱਡਣਾ ਵੀ ਮਨਜ਼ੂਰ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸੂਬਿਆਂ ਦੀ ਵਿਧਾਨ ਸਭਾ ਨਾਲੋਂ ਦੇਸ਼ ਦੀ ਪਾਰਲੀਮੈਂਟ ਵੱਡੀ ਹੈ। ਜੋ ਕਾਨੂੰਨ ਲੋਕ ਸਭਾ ਤੋਂ ਲਾਗੂ ਹੋਏ ਨੇ ਤਾਂ ਲੋਕ ਸਭਾ ਦੇ ਵਿੱਚ ਹੀ ਰੱਦ ਹੋਣਗੇ। ਉਹਨਾਂ ਕਿਹਾ ਕਿ ਅਸੀਂ ਮਈ 2024 ਤੱਕ ਇਸ ਅੰਦੋਲਨ ਨੂੰ ਅੱਗੇ ਵਧਾਉਣ ਵਾਸਤੇ ਤਿਆਰ ਬਰ ਤਿਆਰ ਹਾਂ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਰਾਕੇਸ਼ ਟਕੈਤ ਹੋਰਾਂ ਦਾ ਕਹਿਣਾ ਬਿਲਕੁਲ ਦਰੁਸਤ ਹੈ ਵੀ ਜਿਹੜਾ ਵੀ ਇਸ ਵਕਤ ਆਗੂ ਪੈਰ ਪਛਾਣ ਨੂੰ ਖਿੱਚੂਗਾ ਉਹ ਪਛਤਾਊਗਾ।
ਲੋਕਾਂ ਦੀਆਂ ਨਜ਼ਰਾਂ ਦੇ ਵਿੱਚੋਂ ਇਹੋ ਜਿਹਾ ਡਿੱਗੂਗਾ ਕਿ ਉਹਨੇ ਮੁੜ ਕੇ ਕਦੇ ਖੜੇ ਨਹੀਂ ਹੋਣਾ। ਹਾਲਾਂਕਿ ਸਾਡੇ ਮਨ ਦੇ ਵਿੱਚ ਸ਼ੱਕ ਕੋਈ ਨਹੀਂ, ਸਾਨੂੰ ਇਸ ਗੱਲ ਦਾ ਮਾਣ ਆ ਕਿ ਹਾਲੇ ਤੱਕ ਕਿਸਾਨ ਆਗੂ ਬਿਲਕੁਲ ਸਹੀ ਤਰੀਕੇ ਨਾਲ ਅੱਗੇ ਵਧ ਰਹੇ ਆ। ਹਾਲਾਂਕਿ ਆਮ ਲੋਕਾਂ ਦਾ ਇਹ ਕਹਿਣਾ ਜੀ ਕਿ ਹੁਣ ਆਪਾਂ ਅਗਰੈਸਿਵ ਹੋਈਏ, ਥੋੜ੍ਹੇ ਜਿਹੇ ਤੱਤੇ ਭਾਰੇ ਹੋ ਕੇ ਕੋਈ ਨਾ ਕੋਈ ਹੱਲਾ ਬੋਲੀਏ, ਪਰ ਇੱਦਾਂ ਦੀਆਂ ਗੱਲਾਂ ਵੀ ਨਹੀਂ ਸ਼ੋਭਦੀਆਂ ਤੇ ਇੱਦਾਂ ਦੀਆਂ ਗੱਲਾਂ ਦੇ ਨਤੀਜੇ ਮਾੜੇ ਨਿਕਲ ਸਕਦੇ ਆ ਆਮ ਲੋਕਾਂ ਦੇ ਪ੍ਰਤੀ। ਇਸ ਕਰਕੇ ਕਿਸਾਨ ਆਗੂ ਬੋਚ ਕੇ ਪੈਰ ਪੱਟ ਰਹੇ ਆ, ਉਹਨਾਂ ਦੀ ਸੋਚ ਦੇ ਨਾਲ ਅਸੀਂ ਸਹਿਮਤ ਆ। ਉਸ ਤੋਂ ਅਗਲੀ ਗੱਲ ਇਹ ਹੈ ਵੀ ਜੇਕਰ ਅੱਜ ਦੀ ਤਰੀਕ ਦੇ ਵਿੱਚ ਇੱਕ ਵੀ ਕੋਈ ਕਿਸਾਨ ਆਗੂ ਇਹ ਗੱਲ ਕਵੇ, ਉਹ ਆਪਦੀ ਜਥੇਬੰਦੀ ਦੇ ਨਾਲ ਜੁੜੇ ਹੋਏ ਕਿਸਾਨਾਂ ਨੂੰ ਕਹਿ ਦੇਵੇ ਕਿ ਆ ਜਾਓ ਯਾਰ ਹੁਣ ਆਪਾਂ ਵਾਪਸ ਚੱਲਦੇ ਹਾਂ, ਆਪਣੀਆਂ ਜਿਹੜੀਆਂ 1000 2000 5000 ਜਿੰਨੀਆਂ ਵੀ ਟਰਾਲੀਆਂ ਹੈਗੀਆਂ ਚਲੋ ਆਪਾਂ ਲੈ ਕੇ ਵਾਪਸ ਚੱਲ ਗਏ, ਤਾਂ ਮੈਂ ਦਾਅਵੇ ਨਾਲ ਇਹ ਗੱਲ ਕਹਿਣਾ ਵੀ ਉਹਨੂੰ ਲੋਕਾਂ ਨੇ ਨੱਕੋ ਮੂੰਹੋਂ ਲੈ ਜਾਣਾ, ਉਹਨੂੰ ਲੋਕਾਂ ਦੇ ਨੇੜੇ ਨਹੀਂ ਖੜਨ ਦੇਣਾ ਤੇ ਲੋਕ ਉਹਦੇ ਲੀੜੇ ਪਾੜ ਦੇਣਗੇ। ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਗੁੱਸਾ ਬਹੁਤ ਪ੍ਰਚੰਡ ਹੋਇਆ ਪਿਆ। ਅਸੀਂ ਲੋਕਾਂ ਦੇ ਵਿੱਚ ਜਾ ਕੇ ਵਿਚਰਦੇ, ਜਦੋਂ ਲੋਕ ਰਾਇਆਂ ਵੀ ਦਿੰਦੇ ਆ ਵੀ ਭਾਈ ਇਉਂ ਨਹੀਂ ਇਉਂ ਕਰ ਦੇਣਾ ਚਾਹੀਦਾ, ਪਰ ਹਰ ਬੰਦਾ, ਹਰ ਬੱਚਾ ਵੀ, ਹਰ ਬਜ਼ੁਰਗ, ਹਰ ਨੌਜਵਾਨ, ਧੀ ਭੈਣ ਸਭ ਇਹ ਗੱਲਾਂ ਕਹਿੰਦੇ ਆ ਵੀ ਇਸ ਵਕਤ ਵਾਪਸ ਨਹੀਂ ਮੁੜਨਾ। ਇਹ ਸਾਡੀ ਵੀ ਪਿੱਠ ਲੱਗਣ ਦਾ ਸਵਾਲ ਹੈ। ਜੇ ਕੇਂਦਰ ਦੇ ਮੰਤਰੀ ਕਹਿੰਦੇ ਆ ਵੀ ਅਸੀਂ ਕਾਨੂੰਨ ਤਾਂ ਨਹੀਂ ਰੱਦ ਕਰਨੇ ਵੀ ਪਿੱਠ ਲੱਗ ਜਾਣੀ ਆ, ਅਸੀਂ ਤਾਂ ਪਿੱਠ ਵਾਲੀ ਗੱਲ ਤੋਂ ਉੱਪਰ ਆ, ਕਿਉਂਕਿ ਅਸੀਂ ਹੱਕ ਲੈਣ ਦੇ ਲਈ ਗਏ ਆ, ਅਸੀਂ ਕੋਈ ਧੱਕਾ ਨਹੀਂ ਕੀਤਾ। ਅੱਜ ਕੇਂਦਰ ਦੇ ਮੰਤਰੀ ਇਹ ਗੱਲ ਕਹਿੰਦੇ ਆ ਵੀ ਤੁਸੀਂ ਕੋਈ ਢੁਕਵਾਂ ਹੱਲ ਕੱਢੋ, ਅਸੀਂ ਥੋੜ੍ਹੀ ਹੱਲ ਕੱਢਣਾ, ਹੱਲ ਤੁਸੀਂ ਕੱਢਣਾ। ਇਸ ਕਰਕੇ ਲੋੜ ਇਸ ਗੱਲ ਦੀ ਆ ਕਿ ਆਪਾਂ ਸਿਰ ਜੋੜ ਕੇ ਚੱਲੀਏ। ਕੁਝ ਕੁ ਥਾਵਾਂ ਤੋਂ ਖਬਰਾਂ ਆਉਂਦੀਆਂ ਜੀ ਕਿ ਫਲਾਣੇ ਦਾ ਬਾਈਕਾਟ ਕਰ ਦੇਣਾ, ਫਲਾਣੀ ਥਾਂ ਤੋਂ ਆਹ ਖਬਰ ਆਉਣੀ ਆ। ਇਹ ਸੰਘਰਸ਼ ਨੂੰ ਤਾਰ ਪੀੜੋ ਕਰਨ ਵਾਲੀਆਂ ਗੱਲਾਂ। ਇਸ ਵਕਤ ਜ਼ਿੰਮੇਵਾਰੀਆਂ ਦਾ ਹੋਰ ਪਾਲਣ ਕਰਨਾ ਚਾਹੀਦਾ। ਜਿਵੇਂ ਭਾਜਪਾ ਦੇ ਵੱਖ-ਵੱਖ ਨੇਤਾ ਕਿਸਾਨ ਆਗੂਆਂ ਦੇ ਉੱਤੇ ਹਮਲਾਵਰ ਹੋਏ ਆ, ਇਹ ਗੱਲ ਕਹਿੰਦੇ ਜੀ ਕਿ ਤਾਂ ਆਪਸ ਦੇ ਵਿੱਚ ਸ਼ੱਕ ਕਰਦੇ ਹਨ, ਇਹਨਾਂ ਦੇ ਕੋਈ ਪੈਰ ਨਹੀਂ ਲੱਗਦੇ, ਇਹਨਾਂ ਦੀ ਕੋਈ ਸੋਚ ਨਹੀਂ, ਇਹਨਾਂ ਦੇ ਵਿੱਚ ਲੀਡਰਸ਼ਿਪ ਦੇ ਗੁਣ ਨਹੀਂ, ਇਹ ਤਾਂ ਜੀ ਨੇਤਾ ਬਣਨੇ ਚਾਹੁੰਦੇ ਹਨ, ਇਹ ਤਾਂ ਜੀ ਚੋਣਾਂ ਲੜਨੀਆਂ ਚਾਹੁੰਦੇ ਹਨ। ਇਸ ਕਰਕੇ ਆਪਾਂ ਪਾਟੋ ਧਾੜ ਦੇ ਵਿੱਚ ਨਹੀਂ ਪੈਣਾ। ਜੇ ਅੱਜ ਪਾਟੋ ਧਾੜ ਦੀ ਗੱਲ ਹੋਊਗੀ ਤਾਂ ਇਹ ਚੇਤੇ ਰੱਖਿਓ ਜੀ ਕਿ ਆਉਂਦੇ ਸਮੇਂ ਦੇ ਵਿੱਚ ਇਹੋ ਜਿਹਾ ਅੰਦੋਲਨ ਨਹੀਂ ਬਣਨਾ, ਬਾਅਦ ਦੇ ਵਿੱਚ ਆਪਾਂ ਸਾਰੇ ਰਗੜੇ ਜਾਣਾ। ਇਸ ਕਰਕੇ ਨਿੱਠ ਕੇ ਅੱਗੇ ਤੋਂ ਅੱਗੇ ਵਧਣਾ ਚਾਹੀਦਾ। ਸੁਰਜੀਤ ਕੁਮਾਰ ਜੈਣੀ ਜਿਹੜੇ ਕਿ ਪੰਜਾਬ ਦੇ ਸਾਬਕਾ ਮੰਤਰੀ ਆ, ਉਹਨਾਂ ਦੇ ਹਰ ਰੋਜ਼ ਬਿਆਨ ਆ ਰਹੇ ਆ। ਹੁਣ ਉਹਨਾਂ ਦਾ ਇੱਕ ਨਵਾਂ ਬਿਆਨ ਆਇਆ, ਉਹਦੇ ਵਿੱਚ ਉਹਨਾਂ ਨੇ ਗੱਲ ਕਹੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਵੈਸੇ ਨਹੀਂ ਹੋ ਰਹੀਆਂ, ਇਹ ਗੱਲ ਪੱਕੀ ਹੈ, ਕਿਉਂਕਿ ਜੇਕਰ ਖੇਤੀ ਕਾਨੂੰਨ ਇੱਦਾਂ ਬਣਾਏ ਨਾ ਹੁੰਦੇ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਬਦਨਾਮ ਕਿਹਨੇ ਕਰਨਾ। ਅੱਜ ਵੀ ਬਦਨਾਮ ਨਹੀਂ ਕਰ ਰਹੇ, ਅਸੀਂ ਤਾਂ ਸਵਾਲ ਕਰ ਰਹੇ ਹਾਂ। ਲੋਕਾਂ ਦਾ ਇਹ ਕਹਿਣਾ, ਲੋਕ ਇਹ ਗੱਲ ਕਹਿੰਦੇ ਵੀ ਅਸੀਂ ਵੋਟਾਂ ਪਾਈਆਂ, ਕੋਈ ਗਲਤੀ ਥੋੜ੍ਹੀ ਕੀਤੀ ਹੈ। ਜੇ ਤਾਂ ਅਸੀਂ ਵੋਟਾਂ ਪਾਈਆਂ ਤੇ ਫਿਰ ਤਾਂ ਸਾਨੂੰ ਹੱਕ ਆ ਨਿੰਦਣ ਦਾ ਵੀ, ਸਾਨੂੰ ਹੱਕ ਆ ਆਲੋਚਨਾ ਕਰਨ ਦਾ ਵੀ। ਪਰ ਜੇਕਰ ਸਾਡੀਆਂ ਵੋਟਾਂ ਤੋਂ ਬਿਨਾਂ ਕੋਈ ਹੋਰ ਤਕਨੀਕ ਅਪਣਾ ਕੇ ਜਿੱਤ ਗਏ ਆ ਤੇ ਫਿਰ ਭਾਈ ਤੁਸੀਂ ਸਾਨੂੰ ਮਾੜੇ ਕਹੋ ਚੰਗੇ ਕਹੋ, ਫਿਰ ਸਾਡਾ ਲੈਣ ਦੇਣ ਹੀ ਨਹੀਂ ਇਸ ਗੱਲ ਦੇ ਨਾਲ। ਸੋ ਜੈਣੀ ਸਾਹਿਬ ਨੇ ਇਹ ਗੱਲਾਂ ਕਹੀਆਂ। ਉਹ ਕਹਿੰਦੇ ਜੀ ਕਿ ਭਾਜਪਾ ਦੇ ਆਗੂ ਬਹੁਤ ਸਹਿਣਸ਼ੀਲ ਹੈ, ਇਸ ਕਰਕੇ ਪੰਜਾਬ ਦਾ ਮਾਹੌਲ ਹਾਲੇ ਤੱਕ ਠੀਕ ਹੈ। ਉਹਨਾਂ ਨੇ ਕਿਹਾ ਜੀ ਕਿ ਅਮਿਤ ਸ਼ਾਹ ਦੇ ਨਾਲ ਮੈਂ ਮੁਲਾਕਾਤ ਕੀਤੀ ਹੈ, ਉਹਨਾਂ ਨੂੰ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਹੈ। ਭਾਜਪਾ ਦੇ ਆਗੂਆਂ ਦੇ ਉੱਤੇ ਹਮਲੇ ਹੋ ਰਹੇ ਆ, ਅਤਿਆਚਾਰ ਹੋ ਰਿਹਾ, ਇਹ ਸਾਰਾ ਕੁਝ ਹਾਲੇ ਤੱਕ ਅਸੀਂ ਬਰਦਾਸ਼ਤ ਕਰੀ ਜਾਂਦੇ ਆ, ਪਰ ਜੇਕਰ ਅਸੀਂ ਵੀ ਮੋੜਵਾਂ ਉਤਰਦੇ ਗਏ ਮਾਹੌਲ ਖਰਾਬ ਹੋ ਜਾਣਾ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਆ ਜਿਹੜੇ ਉਹ ਅੰਦਰ ਖਾਤੇ ਬੀਜੇਪੀ ਦੇ ਨਾਲ ਜੁੜੇ ਹੋਏ ਆ, ਮਿਲੇ ਹੋਏ ਆ ਤੇ ਇਹ ਕਿਸਾਨ ਸੰਘਰਸ਼ ਨੂੰ ਤਾਰ-ਤਾਰ ਕਰ ਰਹੇ ਆ। ਉਹਨਾਂ ਦੇ ਦੋਸ਼ਾਂ ਦੇ ਮੁਤਾਬਕ, ਸੁਖਬੀਰ ਦੇ ਦੋਸ਼ਾਂ ਮੁਤਾਬਕ ਪੰਜਾਬ ਦੇ ਕਈ ਆਈਜੀ ਤੇ ਐਸਐਸਪੀ ਦਿੱਲੀ ਦੇ ਵਿੱਚ ਮੀਟਿੰਗਾਂ ਕਰ ਰਹੇ ਆ। ਉਹਨਾਂ ਦਾ ਕੀ ਕਦਮ ਮੀਟਿੰਗਾਂ ਕਰਨ ਦਾ, ਝੂਠੇ ਕਿਸਾਨਾਂ ਉੱਤੇ ਪਰਚੇ ਦਰਜ ਕੀਤੇ ਜਾ ਰਹੇ ਆ। ਪਰ ਇਹਦੇ ਨਾਲ ਇੱਕ ਖਬਰ ਹੋਰ ਵੀ ਜੁੜੀ ਹੈ। ਜਦੋਂ ਇਸ ਵਕਤ ਪਾਰਲੀਮੈਂਟ ਦਾ ਸੈਸ਼ਨ ਨਹੀਂ ਸੱਦਦੇ ਕਹਿੰਦੇ ਕਰੋਨਾ, ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਨਹੀਂ ਖੁੱਲ੍ਹਦਾ ਕਹਿੰਦੇ ਕਰੋਨਾ, ਜਦੋਂ ਇਸ ਵਕਤ ਵੀ ਇੰਗਲੈਂਡ ਦੀਆਂ ਫਲਾਈਟਾਂ ਰੁਕ ਗਈਆਂ ਸੀ ਭਾਰਤ ਦੇ ਵਿੱਚ ਆਉਣ ਤੋਂ, ਹੁਣ ਭਾਵੇਂ ਫਿਰ ਸ਼ੁਰੂ ਹੋ ਗਈਆਂ, ਇਸ ਕਰਕੇ ਕਹਿੰਦੇ ਕਰੋਨਾ, ਜਦੋਂ ਬਹੁਤ ਸਾਰੇ ਕੰਮਕਾਜ ਰੁਕੇ ਪਏ ਆ ਤਾਂ ਪੰਜਾਬ ਦੇ ਵਿੱਚ ਸਕੂਲ ਕਿਹੜੀ ਗੱਲੋਂ ਸ਼ੁਰੂ ਕਰ ਦਿੱਤੇ ਗਏ। ਕੁਝ ਕੁ ਲੋਕਾਂ ਦਾ ਇਹ ਕਹਿਣਾ ਜੀ ਕਿ ਇਸ ਵਕਤ ਸਕੂਲ ਸ਼ੁਰੂ ਕਰਨ ਦੇ ਪਿੱਛੇ ਵੀ ਰਾਜਨੀਤੀ ਹੈ, ਤਾਂ ਜੋ ਡਰਾਈਵਰ ਵਾਪਸ ਆ ਜਾਣ, ਤਾਂ ਜੋ ਚਪੜਾਸੀ ਵੀਰ ਵਾਪਸ ਆ ਜਾਣ, ਤਾਂ ਜੋ ਅਧਿਆਪਕ ਵਾਪਸ ਆ ਜਾਣ, ਤਾਂ ਜੋ ਬੱਚੇ ਵਾਪਸ ਆ ਜਾਣ, ਨੌਜਵਾਨ ਵਾਪਸ ਆ ਜਾਣ। ਸ਼ਾਇਦ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਹੋਵੇ। ਇਹ ਲੋਕਾਂ ਦੇ ਮਨ ਦੇ ਵਿੱਚ ਸ਼ੱਕ ਹੈ ਵੀ ਜਦੋਂ ਬਾਕੀ ਬਹੁਤ ਕੁਝ ਬੰਦ ਪਿਆ, ਕਰੋਨਾ ਦੀ ਦਵਾਈ ਕੋਈ ਨਹੀਂ ਆਏਗੀ, ਇਸ ਵਕਤ ਵੀ ਕਹਿੰਦੇ ਜੀ ਭਾਈ ਬਚਾਅ ਦੇ ਵਿੱਚ ਬਚਾਅ ਰੱਖਣਾ ਚਾਹੀਦਾ, ਤਾਂ ਫਿਰ ਸਕੂਲ ਕਿਹੜੀ ਗੱਲੋਂ ਸ਼ੁਰੂ ਕਰ ਦਿੱਤੇ ਗਏ। ਕਿਤੇ ਅੰਦਰ ਖਾਤੇ ਕੋਈ ਗੰਢ ਧੁੱਪ ਤਾਂ ਨਹੀਂ ਹੋਈ ਵੀ ਚਲੋ ਜੀ ਵਾਪਸ ਸਾਦੇ ਹਾਂ। ਇਕੱਠ ਤਾਂ ਘਟਾਏ ਗਏ ਜਿਹੜਾ ਕਿ ਟਰਾਲੀਆਂ ਦੇ ਵਿੱਚ ਹੈਗਾ ਦਿੱਲੀ ਦੇ ਵਿੱਚ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਜਿਆਣੀ ਹੋਰਾਂ ਨੇ ਕਿਹੜੀਆਂ ਗੱਲਾਂ ਕਹੀਆਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਸੁਰਜੀਤ ਕੁਮਾਰ ਜੈਣੀ ਨੇ ਕਿਹਾ ਕਿ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਲੈ ਕੇ ਉਹਨਾਂ ਨੇ ਗ੍ਰਹਿ ਮੰਤਰੀ ਨਾਲ ਗੱਲਬਾਤ ਕੀਤੀ ਹੈ। ਪੰਜਾਬ ਦੇ ਵਿੱਚ ਭਾਜਪਾ ਨੇਤਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਅਮਿਤ ਸ਼ਾਹ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ ਦੇ ਕਾਨੂੰਨ ਵਿਵਸਥਾ ਠੀਕ ਕਰਵਾਈ ਜਾਵੇ। ਜੈਣੀ ਨੇ ਕਿਹਾ ਕਿ ਭਾਜਪਾ ਨੇਤਾ ਹਾਲੇ ਤੱਕ ਸਹਿਣਸ਼ੀਲ ਨੇ, ਇਹਦੇ ਕਰਕੇ ਪੰਜਾਬ ਦੇ ਵਿੱਚ ਸਥਿਤੀ ਵਿਗੜੀ ਨਹੀਂ।
ਕਿਸਾਨ ਸੰਗਠਨ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਤੇ ਪ੍ਰਧਾਨ ਮੰਤਰੀ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਲੀਡਰਸ਼ਿਪ ਤੋਂ ਵਾਂਝੇ ਹੋ ਚੁੱਕੇ ਨੇ। ਜਿਆਣੀ ਨੇ ਕਿਹਾ ਕਿ ਜੇਕਰ ਕਿਸਾਨ ਜਥੇਬੰਦੀਆਂ ਦੀ ਨੀਤ ਸਾਫ਼ ਹੋਵੇ ਤਾਂ ਅੰਦੋਲਨ ਦਾ ਹੱਲ ਅੱਧੇ ਘੰਟੇ ਵਿੱਚ ਨਿਕਲ ਸਕਦਾ ਹੈ, ਪਰ ਕਈ ਲੋਕ ਕਿਸਾਨਾਂ ਦੇ ਨਾਂ ਦੇ ਉੱਤੇ ਰਾਜਨੀਤਿਕ ਰੋਟੀਆਂ ਸੇਕ ਰਹੇ ਨੇ। ਸਰਕਾਰ ਪਹਿਲਾਂ ਹੀ ਕਿਸਾਨਾਂ ਦੀਆਂ ਮੰਗਾਂ ਮੰਨ ਚੁੱਕੀ ਹੈ। ਜਦੋਂ ਤੱਕ ਕਿਸਾਨ ਸੰਗਠਨਾਂ ਦੀ ਨੀਤ ਸਾਫ਼ ਨਹੀਂ ਹੁੰਦੀ, ਇਸ ਅੰਦੋਲਨ ਦਾ ਹੱਲ ਨਹੀਂ ਨਿਕਲਣਾ। ਕੁਝ ਤਾਕਤਾਂ ਕਿਸਾਨਾਂ ਦੇ ਨਾਂ ਦੇ ਉੱਤੇ ਤੇ ਧਰਮ ਦੇ ਨਾਂ ਦੇ ਉੱਤੇ ਪਾੜ ਪਾਉਣਾ ਚਾਹੁੰਦੀਆਂ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਆਣੀ ਸਾਹਿਬ ਦੇ ਵੱਲੋਂ ਉਸ ਦਿਨ ਤੋਂ ਬੜੀਆਂ ਤਿੱਖੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਜਿਸ ਦਿਨ ਤੋਂ ਉਹ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਕੇ ਆਏ ਆ। ਉਸ ਤੋਂ ਪਹਿਲਾਂ ਉਹਨਾਂ ਦੀ ਸੋਚ ਹੋਰ ਜਾਪਦੀ ਸੀ ਸਾਨੂੰ ਬਿਆਨਾਂ ਦੇ ਰਾਹੀਂ, ਹੁਣ ਥੋੜ੍ਹੀ ਜਿਹੀ ਹੋਰ ਜਾਪਦੀ ਹੈ। ਇਹਦੇ ਪਿੱਛੇ ਕਿਹੜੀਆਂ ਮਜਬੂਰੀਆਂ ਤੇ ਕੀ ਇਹਦੇ ਪਿੱਛੇ ਕਾਰਨ ਆ ਕੁਝ ਕਹਿ ਨਹੀਂ ਸਕਦੇ, ਪਰ ਇਸ ਵਕਤ ਜ਼ਰੂਰਤ ਇਸ ਗੱਲ ਦੀ ਹੈ ਕਿ ਕਿਸਾਨਾਂ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ। ਪਹਿਲਾਂ ਕਹਿੰਦੇ ਸੀ ਜੀ ਇਹ ਇਕੱਲੇ ਪੰਜਾਬ ਦੇ ਕਿਸਾਨ ਹਨ, ਇਹ ਤਾਂ ਕਾਂਗਰਸ ਨੇ ਭੜਕਾਏ ਹਨ। ਫਿਰ ਕਹਿੰਦੇ ਇਹ ਮਾਓਵਾਦੀ ਹਨ, ਫਿਰ ਕਹਿੰਦੇ ਵਿਦੇਸ਼ੀ ਫੰਡਿੰਗ ਵਾਲੇ ਹਨ, ਕਦੇ ਕਦੇ ਕਹਿ ਦਿੰਦੇ ਚੀਨ ਤੋਂ ਵੀ ਆਏ ਹਨ, ਕਦੇ ਕਹਿ ਦਿੰਦੇ ਜੀ ਇਹ ਤਾਂ ਪਾਕਿਸਤਾਨ ਦੀ ਚਾਲ ਦੇ ਵਿੱਚ ਸ਼ਾਮਲ ਹੋ ਗਏ ਆ, ਕਦੇ ਕੁਛ ਕਹਿੰਦੇ ਕਦੇ ਕੁਛ ਕਹਿੰਦੇ ਆ। ਜੇਕਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਦਾ ਫਿਕਰ ਹੈ ਕਿ ਲੋਕਤੰਤਰਕ ਦੇਸ਼ ਅਮਰੀਕਾ ਸਾਡੇ ਵਾਂਗੂ ਤੇ ਉੱਥੇ ਵਾਸ਼ਿੰਗਟਨ DC ਦੇ ਵਿੱਚ ਹਿੰਸਾ ਵਾਪਰੀ ਜਿਹੜੀ ਬੜੀ ਮਾੜੀ ਆ, ਉਹਨਾਂ ਨੂੰ ਜੇਕਰ ਅਮਰੀਕਾ ਦੇ ਵਿੱਚ ਹੋ ਵਾਪਰ ਰਹੇ ਦਾ ਫਿਕਰ ਹੈ ਤਾਂ ਭਾਰਤ ਦੇ ਵਿੱਚ ਜੋ ਕੁਝ ਹੋ ਵਾਪਰ ਰਿਹਾ ਇਹਦਾ ਵੀ ਫਿਕਰ ਕਰਨਾ ਚਾਹੀਦਾ। ਪ੍ਰਧਾਨ ਮੰਤਰੀ ਸਾਹਿਬ ਨੂੰ ਅਮਰੀਕਾ ਤਾਂ ਦਿਸ ਰਿਹਾ, ਵਾਸ਼ਿੰਗਟਨ DC ਤਾਂ ਨਜ਼ਰ ਆ ਰਿਹਾ, ਪਰ ਜਿਹੜੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਹੁਣ ਤੱਕ 70 ਦੇ ਕਰੀਬ ਕਿਸਾਨ ਸ਼ਹੀਦੀਆਂ ਪ੍ਰਾਪਤ ਕਰ ਗਏ, ਉਹ ਕਿਹੜੀ ਗੱਲੋਂ ਦਿਖਾਈ ਨਹੀਂ ਦੇ ਰਹੇ। ਇਹ ਸਿਰਫ ਦਿੱਲੀ ਤੋਂ 30 ਤੋਂ ਲੈ ਕੇ 35 ਕਿਲੋਮੀਟਰ ਦੀ ਦੂਰੀ ਦੇ ਉੱਤੇ ਬੈਠੇ ਕਿਸਾਨ ਆ, ਜਿਹੜੇ ਦਿਲ ਦੇ ਦੌਰੇ ਨਾਲ, ਜਿਹੜੇ ਨਮੂਨੀਏ ਨਾਲ, ਸੜਕ ਹਾਦਸੇ ਦੇ ਨਾਲ ਮਰ ਰਹੇ ਆ। ਇਹਨਾਂ ਦੇ ਬਾਰੇ ਵੀ ਸੋਚਣਾ ਚਾਹੀਦਾ। ਆਪਣੇ ਹੀ ਆ, ਗਲਤੀ ਇਹਨਾਂ ਦੀ ਇੱਕੋ ਹੀ ਆ, ਆਪਾਂ ਨੂੰ ਵੋਟਾਂ ਪਾਈਆਂ, ਹੋਰ ਕੋਈ ਵੱਡੀ ਗਲਤੀ ਹੈ ਨਹੀਂ। ਜਾਂ ਫਿਰ ਦੇਸ਼ ਦਾ ਢਿੱਡ ਭਰਿਆ, ਮੰਗਿਆ ਕੁਝ ਵੀ ਨਹੀਂ, ਦਿੱਤਾ ਬਹੁਤ ਕੁਝ ਆ ਦੇਸ਼ ਨੂੰ, ਇਹ ਕੋਈ ਗਲਤੀ ਤਾਂ ਹੈ ਨਹੀਂ। ਪਰ ਜੇ ਗਲਤੀ ਮੰਨਦੇ ਆ ਤਾਂ ਉਹ ਮਾਫੀ ਮੰਗ ਕੇ ਵੀ ਇਹ ਚਾਹੁੰਦੇ ਆ ਕਿ ਖੇਤੀ ਕਾਨੂੰਨ ਵਾਪਸ ਲੈ ਲਓ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।